ਤੋ ਫੌਜ ਦੀਵਾਨ ਸੋ ਠਈ। ਭਾਈ ਰਤਨ ਸਿੰਘ ਜੀ ਭੰਗੂ ਹੁਣ ਉਹਨਾਂ ਸਿੱਖਾਂ ਦੇ ਬਾਰੇ ਦੱਸਦੇ ਹਨ ਜਿਹੜੇ ਸਿੱਖ ਘੋੜਿਆਂ ਤੋਂ ਬਗੈਰ ਪਹਾੜਾਂ ਤੇ ਚੜੇ ਸਨ ਅਤੇ ਪਹਾੜਾਂ ਦੇ ਵਿੱਚ ਉਹਨੇ ਦਿਨ ਉਹਨਾਂ ਨਾਲ ਕੀ ਹੱਡ ਬੀਤੇ ਉਹਦੇ ਬਾਰੇ ਦੱਸਦੇ ਹਨ। ਭਾਈ ਰਤਨ ਸਿੰਘ ਜੀ ਕਹਿੰਦੇ ਜਿਸ ਵਕਤ ਸਿੱਖ ਪਹਾੜਾਂ ਤੇ ਚੜ ਰਹੇ ਸਨ, ਕੁਝ ਸਿੱਖ ਪਹਾੜਾਂ ਤੋਂ ਡਿੱਗ ਪਏ, ਦਰਿਆ ਵਿੱਚ ਡਿੱਗ ਪਏ ਅਤੇ ਰਾਵੀ ਦਰਿਆ ਦੇ ਵਿੱਚ ਡੁੱਬਣ ਦੇ ਕਾਰਨ ਉਹਨਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਕੁਝ ਸਿੱਖ ਪਹਾੜਾਂ ਤੇ ਚੜ੍ਹਨ ਵਿੱਚ ਕਾਮਯਾਬ ਹੋਏ, ਪਰ ਅਗਲੇ ਬੰਨੇ ਪਹਾੜੀ ਲੋਕ, ਪਹਾੜੀ ਫੌਜ, ਪਹਾੜੀ ਰਿਆਸਤਾਂ ਜੋ ਕਿ ਸਿੱਖਾਂ ਦੇ ਵੈਰੀ ਸਨ, ਤੇ ਜਹੀਆ ਖਾਨ ਨੇ ਸਿੱਖਾਂ ਨੂੰ ਮਾਰਨ ਵਾਸਤੇ ਹੁਕਮ ਜਾਰੀ ਕੀਤੇ ਹੋਏ ਸਨ। ਉਹਨਾਂ ਪਹਾੜੀ ਰਿਆਸਤਾਂ ਦੇ ਲੋਕਾਂ ਨੇ ਸਿੱਖਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਤੇ ਇੱਧਰ ਲਖਪਤ ਰਾਏ ਦੀ ਅਗਵਾਈ ਵਿੱਚ ਘੋੜ ਸਵਾਰਾਂ ਉੱਤੇ ਵੀ ਫੌਜ ਜਿਹੜੀ ਉਹ ਟੁੱਟ ਕੇ ਪਈ ਹੋਈ ਹੈ। ਦੋਵਾਂ ਧਿਰਾਂ ਵਿੱਚ ਮੁਕਾਬਲਾ ਹੋ ਰਿਹਾ ਹੈ। ਸਿੱਖ ਆਪਣੀ ਜਾਨ ਵੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਤੋਂ ਫੌਜ ਦੀਵਾਨ ਸੋ ਠਈ। ਇੱਧਰ ਫੌਜ ਸਿੱਖਾਂ ਨੂੰ ਮਾਰਨ ਵਾਸਤੇ ਸਿੱਖਾਂ ਦੇ ਉੱਤੇ ਚੜ੍ਹਦੀ ਆ ਰਹੀ ਹੈ। ਸੋ ਸਿੰਘਨ ਕੋ ਕਾਟਤ ਭਈ, ਸੋ ਸਿੰਘਨ ਕੋ ਕਾਟਤ ਭਈ। ਉਹ ਸਿੰਘਾਂ ਨੂੰ ਕੱਟਦੀ ਹੈ, ਮਾਰਦੀ ਹੈ। ਸਿੱਖਾਂ ਦੇ ਨਾਲ ਉਹਨਾਂ ਨੇ ਜੰਗ ਛੇੜਿਆ ਹੋਇਆ ਹੈ। ਅੱਗੇ ਰਾਹ ਨਹਿ ਲੱਭੈ ਪਹਾੜੀ, ਅੱਗੇ ਰਾਹ ਨ ਲੱਭੈ ਪਹਾੜੀ। ਉਧਰ ਜਿਹੜੇ ਸਿੱਖ ਪਹਾੜਾਂ ਤੇ ਚੜੇ ਹਨ ਉਹ ਵੀ ਪਹਾੜਾਂ ਦੇ ਵਿੱਚ ਘਿਰ ਗਏ ਹਨ, ਕਿਉਂਕਿ ਪਹਾੜੀ ਫੌਜ ਅਤੇ 22 ਧਾਰ ਦੇ ਰਾਜਿਆਂ ਦੀ ਰਿਆਸਤਾਂ ਉਹਨਾਂ ਨੇ ਸਿੱਖਾਂ ਨੂੰ ਚੌਹਾਂ ਬੰਨਿਆਂ ਤੋਂ ਘੇਰਿਆ ਹੋਇਆ ਹੈ ਤੇ ਅਗਲੇ ਬੰਨੇ ਸਿੱਖਾਂ ਨੂੰ ਕੋਈ ਵੀ ਰਾਹ ਨਹੀਂ ਮਿਲ ਰਿਹਾ ਕਿ ਕਿਹੜੇ ਬੰਨੇ ਨੂੰ ਜਾ ਕੇ ਜਾਨ ਨੂੰ ਬਚਾਇਆ ਜਾ ਸਕੇ। ਐਸੀ ਭਈ ਸਮੇਂ ਕੀ ਕਾਰੀ, ਐਸੀ ਭਈ ਸਮੇਂ ਕੀ ਕਾਰੀ। ਏਦਾਂ ਦਾ ਸਮਾਂ ਆ ਗਿਆ, ਸਮੇਂ ਨੇ ਗੇੜਾ ਲਿਆਂਦਾ, ਜਿਸ ਕਰਕੇ ਸਿੱਖਾਂ ਦੀ ਪਹਾੜਾਂ ਦੇ ਵਿੱਚ ਅਜਿਹੀ ਦੁਰਦਸ਼ਾ ਹੋਈ, ਭਾਰੀ ਮੁਸੀਬਤ ਨੇ ਆ ਕੇ ਘੇਰ ਲਿਆ। ਔਰ ਬਾਤ ਕਛੁ ਨਹਿ ਬਨੇ, ਸਿੰਘਨ ਇਹ ਮਤ ਕੀਨ। ਔਰ ਬਾਤ ਕੋ ਨਹਿ ਬਨੇ, ਸਿੰਘਨ ਜੈ ਮਤ ਕੀਨ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਜਦੋਂ ਸਿੱਖਾਂ ਦੀ ਕੋਈ ਗੱਲ ਨਾ ਬਣਦੀ ਦਿਸੇ, ਕੋਈ ਰਸਤਾ ਨਾ ਮਿਲਿਆ ਤੇ ਸਿੱਖਾਂ ਨੇ ਫਿਰ ਇਸ ਤਰੀਕੇ ਨਾਲ ਸਲਾਹ ਕੀਤੀ। ਉਤਰੇ ਸਭੇ ਪਿਆਦ ਹੋਏ, ਡਿੱਗ ਪਰੇ ਜ਼ਮੀਨ। ਉਤਰੇ ਸਭੇ ਪਿਆਦ ਹੋਏ, ਡਿੱਗ ਪਰੇ ਜ਼ਮੀਨ। ਭਾਈ ਰਤਨ ਸਿੰਘ ਜੀ ਕਹਿੰਦੇ ਇਹ ਸਿੱਖਾਂ ਨੇ ਸਲਾਹ ਕੀਤੀ ਕਿ ਜਿਹੜੇ ਸਿੱਖ ਪਹਾੜਾਂ ਤੇ ਚੜੇ ਹੋਏ ਸਨ ਉਹਨਾਂ ਨੇ ਇਹ ਗੁਰਮਤਾ ਕੀਤਾ, ਸਲਾਹ ਕੀਤੀ ਕਿ ਆਪਾਂ ਥੱਲੇ ਚਲੇ ਚੱਲੀਏ, ਧਰਤੀ ਤੇ ਉੱਤਰ ਚੱਲੀਏ, ਤਾਂ ਜੋ ਇੱਥੇ ਸਾਡਾ ਜਿਹੜਾ ਵਾ ਗੁਜ਼ਾਰਾ ਨਹੀਂ ਹੋਣਾ, ਸਾਨੂੰ ਮੁਸੀਬਤ ਨੇ ਘੇਰਿਆ ਹੈ ਤੇ ਥੱਲੇ ਜਾ ਕੇ ਕੋਈ ਆਪਾਂ ਹੋਰ ਰਸਤਾ ਅਪਣਾ ਲੈਂਦੇ ਹਾਂ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਪਿਆਦੇ ਸਿੰਘ ਥੱਲੇ ਉਤਰਨ ਦਾ ਉਹਨਾਂ ਨੇ ਯਤਨ ਕੀਤਾ, ਥੱਲੇ ਆਉਣ ਲੱਗੇ ਤਾਂ ਡਿੱਗ ਪਰੇ ਜ਼ਮੀਨ। ਉਹ ਥੱਲੇ ਜਿਹੜਾ ਜ਼ਮੀਨ ਤੇ ਆ ਕੇ ਡਿੱਗ ਗਏ ਤੇ ਕਈਆਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ, ਕਿਉਂਕਿ ਪਹਾੜਾਂ ਤੇ ਜਿੰਨਾ ਚੜ੍ਹਨਾ ਔਖਾ ਹੈ ਉਹਨਾਂ ਪਹਾੜਾਂ ਤੋਂ ਉਤਰਨਾ ਵੀ ਔਖਾ ਹੈ। ਤੇ ਸਿੱਖ ਕਿਉਂਕਿ ਭੁੱਖੇ ਹਨ, ਪਿਆਸੇ ਹਨ, ਨੀਂਦਰੇ ਦੇ ਮਾਰੇ ਹੋਏ ਹਨ, ਜਿਸ ਕਰਕੇ ਜਦੋਂ ਕਈ ਸਿੱਖ ਉਤਰ ਰਹੇ ਸਨ ਤਾਂ ਗਾਸ਼ ਖਾ ਕੇ ਡਿੱਗ ਪਏ ਤੇ ਜ਼ਮੀਨ ਤੇ ਡਿੱਗਣ ਕਾਰਨ ਉਹਨਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਜਾਣਾ ਪਿਆ। ਪਾਛੇ ਪੜੇ ਪਹਾੜੀਏ ਫੇਰ, ਪਾਛੇ ਪੜੇ ਪਹਾੜੀਏ ਫੇਰ। ਤੇ ਉਧਰ ਜਿਹੜੇ ਸਿੱਖ ਉੱਤੇ ਹਨ, ਜਿਹੜੇ ਉਤਰ ਰਹੇ ਸਨ, ਉਹਨਾਂ ਵਿੱਚੋਂ ਕਈਆਂ ਨੂੰ ਮੌਤ ਦੇ ਮੂੰਹ ਵਿੱਚ ਜਾਣਾ ਪਿਆ।
ਕਈ ਹੌਲੀ ਹੌਲੀ ਉਤਰਨ ਦਾ ਯਤਨ ਕਰਨ ਲੱਗੇ ਤੇ ਕਈ ਸਿੱਖਾਂ ਨੂੰ ਪਹਾੜੀ ਲੋਕਾਂ ਨੇ ਪਿੱਛਾ ਕਰਕੇ ਉਹਨਾਂ ਨੂੰ ਮਾਰਨ ਦਾ ਯਤਨ ਕੀਤਾ। ਸਿੰਘਨ ਮਾਰੇ ਕੂਟੇ ਘੇਰ, ਸਿੰਘਨ ਮਾਰੇ ਕੂਟੇ ਘੇਰ, ਸਿੰਘਾਂ ਨੂੰ ਘੇਰ ਕੇ, ਸਿੰਘਾਂ ਨੂੰ ਘੇਰਾ ਪਾ ਕੇ ਕੁੱਟਣ ਦਾ ਯਤਨ ਕਰਦੇ ਹਨ, ਉਹਨਾਂ ਤੇ ਹਮਲਾ ਕਰਦੇ ਹਨ। ਸਿੰਘਨ ਉੱਚੇ ਪਰਬਤ ਤਕਾਏ, ਸਿੰਘਨ ਉੱਚੇ ਪਰਬਤ ਤਕਾਏ। ਸਿੱਖਾਂ ਨੇ ਸੋਚਿਆ ਕਿ ਸਾਡਾ ਬਚਾਅ ਏਦਾਂ ਨਹੀਂ ਹੋਵੇਗਾ, ਕਿਉਂ ਨਾ ਆਪਾਂ ਉੱਚੇ ਪਹਾੜਾਂ ਨੂੰ ਹੋ ਚੱਲੀਏ, ਉਧਰ ਨੂੰ ਸਾਨੂੰ ਕੋਈ ਨਾ ਕੋਈ ਆਸਰਾ ਮਿਲ ਸਕਦਾ ਹੈ, ਉਧਰ ਸਾਡਾ ਬਚਾਅ ਹੋ ਸਕਦਾ ਹੈ। ਹੱਥ ਨ ਪਹੁੰਚਿਓ ਤਬ ਫਿਰ ਆਏ, ਹੱਥ ਨਾ ਪਹੁੰਚਿਓ ਤਬ ਫਿਰ ਆਏ। ਪਰ ਜਦੋਂ ਉੱਚੇ ਪਹਾੜਾਂ ਤੇ ਚੜ੍ਹਨ ਦਾ ਯਤਨ ਕੀਤਾ ਤੇ ਉੱਚੇ ਪਹਾੜਾਂ ਤੇ ਹੱਥ ਨਹੀਂ ਪਿਆ, ਕਿਉਂਕਿ ਕੋਈ ਪੱਗ ਡੰਡੀ ਨਹੀਂ ਹੈ, ਕੋਈ ਰਸਤਾ ਨਹੀਂ ਹੈ, ਕੋਈ ਤਰੀਕਾ ਨਹੀਂ ਹੈ ਕਿ ਪਹਾੜਾਂ ਤੇ ਚੜ੍ਹਿਆ ਜਾ ਸਕੇ, ਜਿਸ ਕਰਕੇ ਸਿੱਖਾਂ ਨੇ ਉੱਚੇ ਪਹਾੜਾਂ ਤੇ ਹੱਥ ਨਾ ਪੈਣ ਕਰਕੇ ਇਹ ਜਿਹੜੀ ਸਲਾਹ ਨੂੰ ਟਾਲ ਦਿੱਤਾ। ਐਸੀ ਆਨ ਚੁਫੇਰੀ ਪਈ, ਐਸੀ ਆਣ ਚੁਫੇਰੀ ਪਈ। ਏਦਾਂ ਚੌਵਾਂ ਬੰਨਿਆਂ ਤੋਂ ਮੁਸੀਬਤ ਨੇ ਆ ਕੇ ਸਿੱਖਾਂ ਨੂੰ ਘੇਰ ਲਿਆ ਹੈ। ਸਿੰਘਨ ਪੋਰਖ ਨਾਹੀ ਬਸਈ, ਸਿੰਘਨ ਪੌਰਖ ਨਾਹੇ ਬਸਈ। ਪੋਰਖ ਤੋਂ ਭਾਵ ਹਿੰਮਤ। ਸਿੱਖਾਂ ਦੇ ਸਰੀਰਾਂ ਦੇ ਵਿੱਚ ਹੁਣ ਹਿੰਮਤ ਨਹੀਂ ਹੈ, ਸਿੱਖਾਂ ਦੇ ਸਰੀਰਾਂ ਦੇ ਵਿੱਚ ਤਾਕਤ ਨਹੀਂ ਹੈ, ਜ਼ੋਰ ਨਹੀਂ ਹੈ, ਜਿਹਦੇ ਕਰਕੇ ਸਿੱਖਾਂ ਦੀ ਹੁਣ ਹਿੰਮਤ ਨਹੀਂ ਪੈ ਰਹੀ। ਲੁੱਟ ਨਹਿ ਸਕਹਿ ਮੂਲ ਨਹਿ ਪਾਵੈ, ਲੁੱਟ ਨਾ ਸਕੇ ਮੋਲ ਨਾ ਪਾਵੇ। ਕਿਉਂਕਿ ਅਜਿਹੀ ਦੁਰਦਸ਼ਾ ਹੈ ਸਿੱਖਾਂ ਦੀ ਕਿ ਸਿੱਖਾਂ ਦੇ ਵਿੱਚ ਇੰਨੀ ਤਾਕਤ ਨਹੀਂ ਹੁਣ ਕਿ ਸਿੱਖ ਜਿਹੜਾ ਪਹਾੜੀ ਲੋਕਾਂ ਨੂੰ ਲੁੱਟ ਹੀ ਲੈਣ, ਤੇ ਨਾ ਹੀ ਸਿੱਖ ਉੱਥੇ ਮੁੱਲ ਲੈ ਸਕਦੇ ਹਨ ਕੁਝ, ਕਿਉਂਕਿ ਜਹੀਆ ਖਾਨ ਦੇ ਵੱਲੋਂ ਪੱਕੀ ਤਾੜਨਾ ਕੀਤੀ ਹੈ ਕਿ ਇਹਨਾਂ ਦੀ ਕਿਸੇ ਪ੍ਰਕਾਰ ਦੀ ਕੋਈ ਵੀ ਮਦਦ ਨਹੀਂ ਕਰਨੀ, ਜਿਸ ਕਰਕੇ ਨਾ ਸਿੱਖ ਮੁੱਲ ਲੈ ਸਕਦੇ ਹਨ ਕੁਝ, ਤੇ ਨਾ ਹੀ ਸਿੱਖ ਕੁਝ ਚੰਗੀ ਤਰ੍ਹਾਂ ਲੁੱਟ ਹੀ ਸਕਦੇ ਹਨ, ਕਿਉਂਕਿ ਲੁੱਟਣ ਵਾਸਤੇ ਵੀ ਹੁਣ ਸਰੀਰ 'ਚ ਤਾਕਤ ਨਹੀਂ ਰਹੀ, ਜਿਸ ਕਰਕੇ ਸਿੱਖ ਹਮਲਾ ਕਰਕੇ ਕੁਝ ਨਾ ਕੁਝ ਲੁੱਟ ਲੈਣ ਤੇ ਕੁਝ ਨਾ ਕੁਝ ਜਾਂ ਮੁੱਲ ਲੈ ਲੈਣ। ਮੁੱਲ ਜਿਹੜੇ ਉਹ ਲੋਕ ਨਹੀਂ ਲੈਣ ਦਿੰਦੇ, ਤੇ ਲੁੱਟਣ ਦੀ ਸਿੱਖਾਂ ਵਿੱਚ ਹਿੰਮਤ ਹੁਣ ਨਹੀਂ ਰਹੀ, ਕਿਉਂਕਿ ਸਰੀਰ ਜਿਹੜੇ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਗਏ ਹਨ। ਇਤ ਕਰ ਭੁੱਖੇ ਮਰ ਮਰ ਜਾਵੈ, ਇਤ ਕਰ ਭੁੱਖੇ ਮਰ ਮਰ ਜਾਵੇ। ਸਿੱਖ ਭੁੱਖ ਦੇ ਨਾਲ ਮਰ ਮਰ ਕੇ ਜਾਂਦੇ ਹਨ, ਰੋਟੀ ਪਾਣੀ ਨਾ ਮਿਲਣ ਕਰਕੇ ਮਰ ਰਹੇ ਹਨ। ਜਿੱਧਰ ਜਾਵੇ ਉਧਰੋਂ ਮਰਾਵੈ, ਜਿੱਧਰ ਜਾਵੇ ਉਧਰੋਂ ਮਰਾਵੇ। ਕਿਉਂਕਿ ਜਿੱਧਰ ਨੂੰ ਵੀ ਹੁਣ ਸਿੱਖ ਜਾਂਦੇ ਹਨ ਉਧਰ ਨੂੰ ਹੀ ਮਰਦੇ ਹਨ। ਜੇ ਥੱਲੇ ਉਤਰਨ ਦਾ ਯਤਨ ਕਰਦੇ ਹਨ ਤਾਂ ਵੀ ਸਿੱਖ ਮਰਦੇ ਹਨ, ਜੇ ਉੱਥੇ ਖਲੋਂਦੇ ਹਨ ਤਾਂ ਵੀ ਮਰਦੇ ਹਨ, ਜੇ ਪਹਾੜਾਂ ਨੂੰ ਚੜ੍ਹਨ ਦੀ ਕੋਸ਼ਿਸ਼ ਕਰਦੇ ਹਨ ਤਾਂ ਵੀ ਮਰਦੇ ਹਨ, ਕਿਉਂਕਿ ਚੌਵਾਂ ਬੰਨਿਆਂ ਤੋਂ ਸਿੱਖ ਘਿਰੇ ਹੋਏ ਹਨ। ਕਿਸੇ ਵੀ ਬੰਨੇ ਜਾਣ ਉਧਰ ਹੀ ਮੌਤ ਖਲੋਤੀ ਹੈ। ਜਿੱਧਰ ਜਾਵੇ ਉਧਰੋਂ ਮਰਾਵੇ। ਜਿੱਧਰ ਨੂੰ ਜਾਣ ਉਧਰ ਨੂੰ ਹੀ ਸਿੱਖ ਮਰਦੇ ਹਨ। ਖੜ ਸਿੰਘ ਚੁਫੇਰ ਤਕਾਵੈ, ਖੜ ਖੜ ਸਿੰਘ ਫੇਰ ਚੁਫੇਰ ਤਕਾਵੇ। ਸਿੱਖ ਖੜ ਖੜ ਕੇ ਚਾਰ ਚਫੇਰਾ ਤੱਕਦੇ ਹਨ ਕਿ ਕੋਈ ਨਾ ਕੋਈ ਸਾਨੂੰ ਰਾਹ ਮਿਲ ਜਾਵੇ, ਕੋਈ ਨਾ ਕੋਈ ਸਾਨੂੰ ਰਸਤਾ ਲੱਭ ਜਾਵੇ, ਜਿੱਧਰ ਨੂੰ ਅਸੀਂ ਨਿਕਲ ਕੇ ਆਪਣੀ ਜਾਨ ਬਚਾ ਸਕੀਏ। ਸਿੰਘਨ ਨੇ ਇਹ ਮਤ ਠਈ, ਤਬ ਸਿੰਘਨ ਦੇ ਜੈ ਮਤ ਠਈ। ਤੇ ਸਿੱਖ ਆਪਸ ਵਿੱਚ ਵਿਚਾਰਾ ਕਰਦੇ ਹਨ। ਹਮਰ ਪ੍ਰਵਤੀਨ ਬੁਰੀ ਨ ਕਈ, ਹਮਰ ਪ੍ਰਵਤੀਨ ਬੁਰੀ ਨਾ ਕਹੀ। ਆਪਸ ਵਿੱਚ ਗੱਲਾਂ ਕਰਦੇ ਹਨ ਕਿ ਅਸੀਂ ਤੇ ਇਹਨਾਂ ਪਹਾੜੀ ਲੋਕਾਂ ਦਾ ਕੁਝ ਵਿਗਾੜਿਆ ਨਹੀਂ, ਅਸੀਂ ਤੇ ਇਹਨਾਂ ਦਾ ਕੋਈ ਨੁਕਸਾਨ ਨਹੀਂ ਕੀਤਾ, ਫਿਰ ਇਹ ਸਾਡੇ ਵਿਰੋਧ ਵਿੱਚ ਕਿਉਂ ਆਏ ਹਨ? ਇਹਨਾਂ ਨੇ ਸਾਡੇ ਤੇ ਹਮਲਾ ਫਿਰ ਕਿਉਂ ਕੀਤਾ ਹੈ? ਕਿਉਂਕਿ ਅਸੀਂ ਤੇ ਇਹਨਾਂ ਦੇ ਨਾਲ ਕੁਝ ਵੀ ਟੱਕਰ ਨਹੀਂ ਲਈ, ਕੋਈ ਇਹਨਾਂ ਦਾ ਨੁਕਸਾਨ ਨਹੀਂ ਕੀਤਾ। ਸਗਵਾ ਪ੍ਰਵਤੀਨ ਕੇ ਰਿਪ ਮਾਰੇ, ਸਗਵਾ ਪ੍ਰਵਤੀਨ ਕੇ ਰਿਪ ਮਾਰੇ। ਸਗੋਂ ਅਸੀਂ ਇਹਨਾਂ ਦੀ ਮਦਦ ਕੀਤੀ ਹੈ, ਇਹਨਾਂ ਦਾ ਨੁਕਸਾਨ ਕੋਈ ਨਹੀਂ ਪਹੁੰਚਾਇਆ, ਇਹਨਾਂ ਦੀ ਸਗੋਂ ਅਸੀਂ ਮਦਦ ਕੀਤੀ ਹੈ। ਕਿਉਂਕਿ ਜਿਹੜੇ ਤੁਰਕ ਲੋਕ ਸਨ ਸਰਕਾਰੀ ਮਾਮਲਾ ਲੈਣ ਵਾਸਤੇ ਆਉਂਦੇ ਸਨ, ਇਹ ਮਾਮਲਾ ਦੇ ਨਹੀਂ ਸੀ ਸਕਦੇ ਪਹਾੜੀ ਰਿਆਸਤਾਂ, ਇਹ ਸਿੱਖਾਂ ਦਾ ਆਸਰਾ ਤੱਕਦੇ ਸਨ। ਸਿੱਖਾਂ ਨੇ ਇਹਨਾਂ ਨੂੰ ਤੁਰਕਾਂ ਦੇ ਕੋਲੋਂ ਬਚਾਇਆ। ਉਸ ਵਕਤ ਇਹਨਾਂ ਨੂੰ ਟੈਕਸ ਨਹੀਂ ਦੇਣ ਦਿੱਤਾ, ਪੈਸੇ ਨਹੀਂ ਦੇਣ ਦਿੱਤੇ, ਸਗੋਂ ਸਿੱਧਾ ਸਰਕਾਰ ਦੇ ਨਾਲ ਮੱਥਾ ਲਾਇਆ
ਇਹਨਾਂ ਦੀ ਖਾਤਰ, ਪਰ ਇਹ ਉਹ ਲੋਕ ਜਿਹੜੇ ਸਿੱਖਾਂ ਦੇ ਖਿਲਾਫ ਹੋ ਗਏ ਹਨ। हमने इनके काज सवारे सिख आपस च विचारा करते ਹਨ, ਅਸੀਂ ਤੇ ਸਗੋਂ ਇਹਨਾਂ ਦੇ ਕਈ ਕਾਜ ਸਵਾਰੇ ਹਨ। ਹਮ ਤੁਰਕਣ ਸੋ ਜੰਗ ਮਚਾਵੇ, ਇਹਨਾਂ ਦੀ ਖਾਤਰ ਅਸੀਂ ਤੁਰਕਾਂ ਨਾਲ ਜੰਗ ਮਚਾਇਆ ਹੈ, ਇਹਨਾਂ ਦੀ ਖਾਤਰ ਅਸੀਂ ਤੁਰਕਾਂ ਦੇ ਨਾਲ ਮੱਥਾ ਲਾਇਆ ਹੈ, ਇਹਨਾਂ ਦੀ ਖਾਤਰ ਤੁਰਕਾਂ ਦੇ ਨਾਲ ਜੰਗਾਂ ਲੜੀਆਂ ਹਨ, ਇਹਨਾਂ ਦੀ ਖਾਤਰ ਇਹਨਾਂ ਨੂੰ ਮਾਮਲਾ ਦੇਣ ਤੋਂ ਬਚਾਇਆ, ਪਰ ਇਹਨਾਂ ਲੋਕਾਂ ਨੇ ਸਾਡੇ ਨਾਲ ਚੰਗੀ ਨਹੀਂ ਕੀਤੀ। ਇਨਕੇ ਉੱਪਰ ਆਵਣ ਨਾ ਪਾਵੇ, ਜਦੋਂ ਇਹ ਸਾਡੇ ਕੋਲ ਮਦਦ ਲੈਣ ਵਾਸਤੇ ਆਏ ਸਨ, ਅਸੀਂ ਇਹਨਾਂ ਤੱਕ ਤੁਰਕਾਂ ਨੂੰ ਪਹੁੰਚਣ ਨਹੀਂ ਸੀ ਦਿੱਤਾ। ਅਸੀਂ ਤੁਰਕਾਂ ਨੂੰ ਰੋਕ ਕੇ ਰੱਖਦੇ ਸਾਂ ਤਾਂ ਜੋ ਇਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ, ਇਹਨਾਂ ਉੱਤੇ ਕੋਈ ਹਮਲਾ ਨਾ ਕਰ ਦੇਵੇ ਸਰਕਾਰੀ ਫੌਜ, ਤੇ ਇਹਨਾਂ ਦਾ ਅਸੀਂ ਜਿਹੜਾ ਬਚਾਅ ਕਰਦੇ ਸਾਂ ਅਤੇ ਇਹਨਾਂ ਤੇ ਆਉਣ ਵਾਲੀ ਫੌਜ ਦਾ ਮੁਕਾਬਲਾ ਅਸੀਂ ਕਰਕੇ ਆਪਣੀਆਂ ਜਾਨਾਂ ਦਿੰਦੇ ਸਾਂ, ਤੁਰਕਾਂ ਨੂੰ ਮਗਰ ਭਜਾਉਂਦੇ ਸਾਂ। ਹਮਨੇ ਜੀਤ ਤੁਰਕ ਅਬ ਮਾਰੇ, ਹੁਣ ਅਸੀਂ ਤੁਰਕਾਂ ਨੂੰ ਮਾਰ ਕੇ ਜਿੱਤ ਲਿਆ ਹੈ, ਭਾਵ ਕਿ ਪਹਾੜੀਆਂ ਲੋਕਾਂ ਨੂੰ ਬਚਾਇਆ ਹੈ, ਤੁਰਕਾਂ ਨੂੰ ਇਹਨਾਂ ਤੱਕ ਨਹੀਂ ਆਉਣ ਦਿੱਤਾ। ਇਹ ਟਕਿਆਨ ਤੇ ਭਏ ਸੁਖਾਰੇ, ਇਹ ਟੱਕੇ ਦੇਣ ਤੋਂ ਬਚੇ ਹਨ, ਜਿਸ ਕਰਕੇ ਸੁਖਾਰੇ ਹੋ ਗਏ ਹਨ। ਵਰਨਾ ਹਰੇਕ ਜਿਹੜਾ ਵਾ ਸੱਚ ਜਿਹੜੀ ਰਿਆਸਤ ਸੀ ਉਹ ਆਪਣਾ ਟਕਾ ਮਾਮਲਾ ਸਰਕਾਰ ਨੂੰ ਦਿੰਦੇ ਸੀ, ਜਿਸ ਕਰਕੇ ਸਿੱਖਾਂ ਨੇ ਇਹਨਾਂ ਨੂੰ ਟਕੇ ਦੇਣ ਤੋਂ ਮਾਮਲਾ ਦੇਣ ਤੋਂ ਬਚਾਇਆ ਹੈ। ਇਹ ਪਹਾੜੀਏ ਕੱਚੇ ਆਦ, ਤੇ ਆਪਸ ਵਿੱਚ ਵਿਚਾਰਾ ਕਰਦਿਆਂ ਹੋਇਆ ਕਈ ਸਿੱਖ ਕਹਿੰਦੇ ਹਨ, ਖਾਲਸਾ ਜੀ ਕਿਹੜੇ ਪਹਾੜੀਆਂ ਦੀਆਂ ਗੱਲਾਂ ਕਰਦੇ ਜੇ, ਆ ਪਹਾੜੀਏ ਇਹ ਤੇ ਅਸਲ ਵਿੱਚ ਹੈ ਹੀ ਕੱਚੇ ਹਨ, ਇਹਨਾਂ ਦੀ ਤੇ ਕੋਈ ਜ਼ਬਾਨ ਹੀ ਨਹੀਂ ਹੈਗੀ, ਇਹ ਤੇ ਇੱਕ ਕਰੈਕਟਰ ਤੋਂ ਡਿੱਗੇ ਹੋਏ ਲੋਕ ਹਨ, ਇਹ ਕਰਦਾਰ ਤੋਂ ਡਿੱਗੇ ਹੋਏ ਲੋਕ ਹਨ, ਇਹ ਕੱਚੇ ਪਿੱਲੇ ਹਨ। ਕਰਿਓ ਇਨੇ ਹਮ ਗੁਰਸੋ ਬਾਦ, ਕਿਉਂਕਿ ਕੱਲਾ ਸਾਡੇ ਨਾਲ ਹੀ ਨਹੀਂ, ਇਹਨਾਂ ਨੇ ਤੇ ਗੁਰੂ ਦੇ ਨਾਲ ਵੀ ਏਦਾਂ ਹੀ ਕੀਤੀ ਹੈ, ਕਿਉਂਕਿ ਛੇਵੇਂ ਜਾਮੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਇਹਨਾਂ ਰਿਆਸਤਾਂ ਦੇ ਵੱਡੇ ਵਡੇਰਿਆਂ ਨੂੰ ਛੁਡਾਇਆ ਸੀ, ਤੇ ਉਸੇ ਹੀ ਰਿਆਸਤਾਂ ਦੇ ਫਿਰ ਮੁੜ ਕੇ ਜਦੋਂ ਪੀੜ੍ਹੀ ਗਾ ਚੱਲੇ ਤੇ ਭੀਮ ਚੰਦ ਵਰਗੇ ਜਿਨ੍ਹਾਂ ਦੇ ਦਾਦੇ ਨੂੰ ਕਿਸੇ ਵਕਤ ਗੁਰੂ ਹਰਗੋਬਿੰਦ ਨੇ ਛੁਡਾਇਆ ਸੀ, ਤੇ ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਘੇਰਾ ਪਵਾਇਆ, ਜੰਗਾਂ ਲੜੀਆਂ, ਵਿਰੋਧ ਕੀਤਾ, ਤੇ ਇਹਨਾਂ ਲੋਕਾਂ ਨੇ ਜਿਹੜਾ ਵਾ ਨਸ਼ੁਕਰੇ ਬਣ ਗਏ, ਇਹ ਤੇ ਸਾਡੇ ਗੁਰੂ ਦੇ ਨਹੀਂ ਹੋਏ, ਸਾਡੇ ਗੁਰੂ ਨੂੰ ਇਹਨਾਂ ਨੇ ਘੇਰਾ ਪਵਾਇਆ, ਤੇ ਕਿੰਨਾ ਲੰਮਾ ਘੇਰਾ ਪਵਾ ਕੇ ਗੁਰੂ ਨੂੰ ਫੜਨ ਦਾ ਯਤਨ ਕੀਤਾ, ਪਰ ਇਹਨਾਂ ਦੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ, ਕਿਉਂਕਿ ਇਹ ਨਸ਼ੁਕਰੇ ਲੋਕ ਹਨ, ਇਹਨਾਂ ਦਾ ਜਿੰਨੀ ਮਰਜ਼ੀ ਮਦਦ ਕਰ ਲਵੋ, ਜਿੰਨਾ ਮਰਜ਼ੀ ਇਹਨਾਂ ਦਾ ਬਣ ਜਾਵੋ, ਇਹਨਾਂ ਨੇ ਅਖੀਰ ਪਿੱਠ ਤੇ ਛੁਰਾ ਹੀ ਖੋਬਣਾ ਹੈ, ਕਿਉਂਕਿ ਇਹ ਕੱਚੇ ਪਿੱਲੇ ਹਨ, ਤੇ ਕੱਚੇ ਪਿੱਲੇ ਅੱਜ ਦੇ ਨਹੀਂ। ਕਰਿਓ ਇਨੇ ਹਮ ਗੁਰਸੋ ਬਾਦ, ਇਹ ਜਿਹੜੇ ਬੜੇ ਪੁਰਾਣੇ ਅਜਿਹਾ ਕੰਮ ਕਰਦੇ ਆਏ ਹਨ, ਸਾਡੇ ਗੁਰੂ ਦੇ ਨਾਲ ਵੀ ਇਹਨਾਂ ਨੇ ਏਦਾਂ ਕੀਤੀ ਹੈ, ਤੇ ਸਾਡੇ ਨਾਲ ਵੀ ਇਹ ਏਦਾਂ ਹੀ ਕਰਦੇ ਹਨ। ਅਸ ਕਹਿ ਸਿੰਘ ਸੋ ਚੜੇ ਪਹਾੜੀ, ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਜਦੋਂ ਸਿੱਖਾਂ ਨੇ ਏਦਾਂ ਦੀਆਂ ਵਿਚਾਰਾਂ ਕੀਤੀਆਂ ਕਿ ਏਦਾਂ ਸਾਡਾ ਗੁਜ਼ਾਰਾ ਨਹੀਂ ਹੋਣਾ, ਜੇ ਅਸੀਂ ਇੱਥੇ ਫਸ ਗਏ ਸਾਰੇ ਦੇ ਸਾਰੇ ਮਾਰੇ ਜਾਵਾਂਗੇ, ਤੇ ਅਸੀਂ ਜਿਹੜਾ ਬਚਣਾ ਹੈ ਆਪਣੀ ਜਾਨ ਬਚਾਉਣੀ ਹੈ, ਜਿਸ ਕਰਕੇ ਕੋਈ ਨਾ ਕੋਈ ਹੀਲਾ ਵਸੀਲਾ ਵਰਤੋ ਅਤੇ ਆਪਾਂ ਜਾਨ ਬਚਾਉਣ ਵਿੱਚ ਕਾਮਯਾਬ ਹੋ ਜਾਈਏ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਫਿਰ ਸਲਾਹ ਕੀਤੀ ਗਈ ਕਿ ਜੋ ਮਰਜ਼ੀ ਹੋ ਜਾਵੇ, ਪਹਾੜਾਂ ਨੂੰ ਚੜ੍ਹਨ ਦਾ ਯਤਨ ਕਰੋ, ਵੱਡੀਆਂ ਪਹਾੜੀਆਂ ਵੱਲ ਰੁਖ ਕਰੋ, ਭਾਵੇਂ ਪਹਾੜੀਆਂ ਔਖੀਆਂ ਹਨ, ਘਾਟੀ ਚੜ੍ਹਦੇ, ਪਰ ਚੜ੍ਹਨ ਦਾ ਯਤਨ ਕਰੋ, ਜ਼ਰੂਰ ਆਪਾਂ ਕਾਮਯਾਬ ਹੋਵਾਂਗੇ। ਆਗੇ ਹੋਏ ਕੇ ਆਪ ਉਜਾੜੀ, ਭਾਈ ਰਤਨ ਸਿੰਘ ਜੀ ਕਹਿੰਦੇ, ਸਿੱਖ ਕਹਿੰਦੇ ਅੱਗੇ ਹੋ ਕੇ ਇਹਨਾਂ ਲੋਕਾਂ ਨੂੰ ਉਜਾੜੋ, ਇਹਨਾਂ ਤੇ ਹਮਲਾ ਕਰੋ, ਇਹਨਾਂ ਨੂੰ ਢਾਓ, ਇਹਨਾਂ ਦੇ ਵਿੱਚੋਂ ਰਾਹ ਬਣਾ ਕੇ ਪਹਾੜਾਂ ਨੂੰ ਨਿਕਲੋ ਅਤੇ ਇਹਨਾਂ ਦੇ ਪਿੰਡਾਂ ਨੂੰ ਲੁੱਟ ਕੇ ਆਪਣਾ ਗੁਜ਼ਾਰਾ ਕਰੋ। ਕਈ ਹਜ਼ਾਰ ਸਿੰਘ ਪਰਬਤ ਤਸਿਆ,
ਭਾਈ ਰਤਨ ਸਿੰਘ ਜੀ ਕਹਿੰਦੇ ਫਿਰ ਕਈ ਹਜ਼ਾਰ ਸਿੱਖ ਜਿਹੜੇ ਪਹਾੜ ਚੜ੍ਹਨ ਵਿੱਚ ਕਾਮਯਾਬ ਹੋਏ ਹਨ। ਉਸ ਇਲਾਕੇ ਦੇ ਵਿੱਚੋਂ ਕਠੋਲ ਪੜੂਹੇ ਦੇ ਇਲਾਕੇ ਵਿੱਚੋਂ ਸਿੱਖ ਆਪਣੀ ਜਾਨ ਬਚਾਉਣ ਵਿੱਚ ਕਾਫੀ ਮਾਤਰਾ ਵਿੱਚ ਲਗਭਗ 1000 ਦੇ ਕਰੀਬ ਸਿੱਖ ਜਿਹੜੇ ਉਹ ਕਾਮਯਾਬ ਹੋ ਗਏ, ਉਸ ਇਲਾਕੇ ਵਿੱਚੋਂ ਨਿਕਲ ਗਏ। ਨਟੋ ਪਹਾੜ ਕਛ ਰਹੇ ਨ ਬਸਿਆ, ਨਟੋ ਪਹਾੜ ਕਛ ਰਹੇ ਨ ਬਸਿਆ। ਸਿੱਖਾਂ ਨੇ ਜ਼ੋਰ ਲਾਇਆ ਅਤੇ ਪਹਾੜਾਂ ਨੂੰ ਨੱਠ ਗਏ ਅਤੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਏ। ਪਾਛੇ ਤੁਰਕ ਸੋ ਲਾਗੇ ਜਾਵੇ, ਪਾਛੇ ਤੁਰਕ ਸੋ ਲਾਗੇ ਜਾਵੇ, ਪਰ ਪਿੱਛੇ ਫੌਜ ਉਹ ਸਿੱਖਾਂ ਨੂੰ ਦੱਬੀ ਤੁਰੀ ਆਉਂਦੀ ਹੈ। ਉਹ ਸਿੱਖਾਂ ਨੂੰ ਮਾਰਨ ਵਾਸਤੇ ਉਹਨਾਂ ਦਾ ਪਿੱਛਾ ਕਰ ਰਹੀ ਹੈ। ਗਿਰੇ ਪਟੇ ਤਿਸ ਸੀਸ ਕਟਾਵੇ, ਡਿੱਗੇ ਪੜੇ ਤਿਸ ਸੀਸ ਕਟਾਵੇ। ਭਾਈ ਰਤਨ ਸਿੰਘ ਜੀ ਕਹਿੰਦੇ ਸਿੱਖ ਜਦੋਂ ਭੱਜਦੇ ਹਨ ਤੇ ਸਰੀਰ ਵਿੱਚ ਤਾਕਤ ਨਾ ਹੋਣ ਕਰਕੇ ਜਿਹੜਾ ਸਿੱਖ ਡਿੱਗ ਪੈਂਦਾ ਹੈ ਉਹ ਤੁਰਕਾਂ ਦੇ ਹੱਥ ਆ ਜਾਂਦਾ ਹੈ, ਫੌਜਾਂ ਦੇ ਹੱਥ ਆ ਜਾਂਦਾ ਹੈ ਅਤੇ ਉਹਦੇ ਸੀਸ ਨੂੰ ਕੱਟ ਦਿੱਤਾ ਜਾਂਦਾ ਹੈ, ਉਹਨੂੰ ਮਾਰ ਦਿੱਤਾ ਜਾਂਦਾ ਹੈ। ਕੂਟਤ ਵਹਿ ਗਏ ਥਾਕ, ਕਾਟਤ ਕੂਟਤ ਵਹਿ ਗਏ ਥਾਕ। ਭਾਈ ਰਤਨ ਸਿੰਘ ਜੀ ਕਹਿੰਦੇ ਕਈ ਸਿੱਖਾਂ ਦੇ ਸਿਰਾਂ ਨੂੰ ਕੱਟਿਆ ਗਿਆ ਹੈ, ਕਈ ਸਿੱਖਾਂ ਨੂੰ ਤੁਰਕ ਫੌਜ ਵੱਲੋਂ ਮਾਰਿਆ ਗਿਆ। ਤੁਰਕ ਦੇ ਕੱਟਦੇ ਹੋਏ ਥੱਕ ਗਏ, ਪਰ ਸਿੱਖਾਂ ਦੀ ਗਿਣਤੀ ਜਿਹੜੀ ਉਹ ਨਾ ਮੁੱਕ ਸਕੀ। ਸਿੱਖਾਂ ਨੂੰ ਮਾਰਦਿਆਂ ਹੋਇਆ ਫੌਜਾਂ ਤੇ ਥੱਕ ਗਈਆਂ, ਪਰ ਜਿਹੜੇ ਸਿੱਖ ਹਨ ਉਹ ਜਿਹੜੇ ਆਪਣੇ ਸਿਰ ਕਟਾਉਂਦੇ ਹੋਏ ਨਾ ਥੱਕੇ। ਖੁੱਟੇ ਰਹੇ ਕਛ ਬਾਕ, ਸਿੰਘ ਨਨ ਖੁੱਟੇ ਰਹੇ ਕਛ ਬਾਕ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਸਤਿਗੁਰ ਦੀ ਕਿਰਪਾ ਨਾਲ ਕਈ ਸਿੱਖ ਜਿਹੜੇ ਉਹ ਸ਼ਹਾਦਤ ਦਾ ਜਾਮ ਪੀ ਗਏ, ਕਈ ਸਿੱਖ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਏ ਤੇ ਉਹ ਜਿਹੜੇ ਸਿੱਖ ਬਚ ਗਏ ਉਹ ਪਹਾੜਾਂ ਨੂੰ ਨਿਕਲ ਗਏ। ਕਹੂੰ ਸਿੰਘ ਲੜ ਪੜੈ, ਕਹੂੰ ਭੂਖੈ ਖਾਵੇ ਲੂਟ, ਕਹੂੰ ਸਿੰਘ ਲੜ ਪੜੈ, ਕਹੂੰ ਭੁੱਖੈ ਖਾਵੇ ਲੂਟ। ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜੇ ਸਿੱਖ ਪਹਾੜਾਂ ਨੂੰ ਗਏ ਹਨ, ਜਿਹੜੇ ਆਪਣੀ ਜਾਨ ਬਚਾਉਣ ਵਾਸਤੇ ਗਾਂ ਰਿਆਸਤਾਂ ਨੂੰ ਨਿਕਲ ਗਏ ਹਨ, ਉਹਨਾਂ ਨੂੰ ਵੀ ਜਿਹੜਾ ਗੁਜ਼ਾਰਾ ਕਰਨਾ ਔਖਾ ਸੀ ਤੇ ਉਹ ਫਿਰ ਵਿੱਚੋਂ ਲੜਦੇ ਹਨ, ਕਦੀ ਕਦੀ ਹਮਲਾ ਕਰਦੇ ਹਨ। ਕਹੂੰ ਭੁੱਖਾ ਖਾਵੇ ਲੂਟ, ਤੇ ਪਿੰਡਾਂ ਨੂੰ ਲੁੱਟ ਕੇ ਜਿਹੜਾ ਕੋਈ ਇਲਾਕਾ ਆਉਂਦਾ ਮੌਕਾ ਵੇਖ ਕੇ ਉਹਨਾਂ ਨੂੰ ਲੁੱਟਦੇ ਹਨ ਅਤੇ ਇੱਕ ਡੰਗ ਦਾ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਸਿੱਖ ਗੁਜ਼ਾਰਾ ਕਰਦੇ ਹਨ। ਦੇਵੇ ਨਾ ਤਹਾਂ ਖਾਵੇ ਪੁੱਟ ਸਬੂਤ, ਜੈ ਮੁਲ ਦੇਵੈ ਨਾ ਤਹਾਂ ਖਾਵੇ ਪੁੱਟ ਸਬੂਤ। ਸਿੱਖਾਂ ਨੇ ਮੁੱਲ ਖਰੀਦਣ ਦਾ ਯਤਨ ਵੀ ਕੀਤਾ ਪਹਾੜਾਂ ਦੇ ਵਿੱਚ ਕਿ ਅਸੀਂ ਮੁੱਲ ਲੈ ਕੇ ਆਪਣਾ ਗੁਜ਼ਾਰਾ ਕਰ ਲੈਂਦੇ ਹਾਂ, ਪਰ ਜਦੋਂ ਮੁੱਲ ਨਾ ਮਿਲਿਆ, ਮੁੱਲ ਦੇਣ ਨੂੰ ਦੁਕਾਨਦਾਰ ਕੋਈ ਰਾਜੀ ਨਾ ਹੋਇਆ ਤੇ ਸਿੱਖਾਂ ਨੇ ਫਿਰ ਜੰਗਲਾਂ ਦੇ ਵਿੱਚ ਆਪਣੀ ਰਾਤ ਗੁਜ਼ਾਰਨੀ, ਦਿਨ ਗੁਜ਼ਾਰਨਾ ਅਤੇ ਉਥੋਂ ਘਾਹ ਫਲੂਸ ਪੱਤੇ ਹਰੇ ਤੋੜ ਤਾੜ ਕੇ ਪੱਤੇ ਖਾ ਕੇ ਸਿੱਖਾਂ ਨੇ ਗੁਜ਼ਾਰਾ ਕਰਨਾ। ਲਾਚਾਰ ਰਿਜਕ ਕੀ ਭਈ, ਤਾਂ ਲਾਚਾਰ ਰਿਜਕ ਕੀ ਭਈ। ਉੱਥੇ ਸਿੱਖਾਂ ਨੂੰ ਬਹੁਤ ਭਾਰੀ ਦੁੱਖ ਭੁੱਖ ਦਾ ਮਿਲ ਗਿਆ, ਭਾਵ ਕਿ ਬਹੁਤ ਲਾਚਾਰ ਸਿੱਖ ਹੋਏ ਭੁੱਖ ਦੇ ਕਾਰਨ, ਜਿਹਦੇ ਕਰਕੇ ਰਾਸ਼ਨ ਪਾਣੀ ਨਹੀਂ ਸੀ ਮਿਲ ਰਿਹਾ। ਸਿੰਘ ਸੋ ਚੜ ਗਏ ਭੁੱਖੇ ਕਈ, ਸਿੰਘ ਸੋ ਚੜ ਗਏ ਭੁੱਖੇ ਕਈ। ਭੁੱਖ ਦੇ ਕਾਰਨ ਕਈ ਸਿੱਖ ਸ਼ਹਾਦਤ ਦਾ ਜਾਮ ਪੀ ਗਏ, ਕਈ ਸਿੱਖ ਪਰਲੋਕ ਗਮਨ ਕਰ ਗਏ, ਸੰਸਾਰ ਤੋਂ ਕੂਚ ਕਰ ਗਏ, ਕਿਉਂਕਿ ਰੋਟੀ ਨਾ ਮਿਲਣ ਕਾਰਨ, ਪ੍ਰਸ਼ਾਦਾ ਪਾਣੀ ਨਾ ਮਿਲਣ ਕਾਰਨ, ਭੁੱਖ ਦੇ ਕਾਰਨ ਕਈ ਸਿੱਖ ਸੰਸਾਰ ਤੋਂ ਕੂਚ ਕਰ ਗਏ। ਕਿਉਂਕਿ ਰੋਟੀ ਦੇ ਨਾਲ ਮਨੁੱਖ ਨੂੰ ਤਾਕਤ ਮਿਲਦੀ ਹੈ, ਸਰੀਰ ਦੇ ਵਿੱਚ ਤਾਕਤ ਆਉਂਦੀ ਹੈ, ਲਹੂ ਬਣਦਾ ਹੈ, ਜਿਸ ਕਾਰਨ ਸਰੀਰ ਜਿਹੜਾ ਉਹ ਤੁਰਦਾ ਫਿਰਦਾ ਸਾਰੇ ਕੰਮ ਕਰਦਾ ਹੈ। ਪਰ ਰੋਟੀ ਨਾ ਮਿਲਣ ਕਾਰਨ ਸਿੱਖਾਂ ਦੇ ਸਰੀਰ ਜਿਹੜੇ ਇੰਨੇ ਜ਼ਿਆਦਾ ਕਮਜ਼ੋਰ ਹੋ ਗਏ, ਉਹਨਾਂ ਵਿੱਚੋਂ ਕਈ ਸਿੱਖਾਂ ਨੂੰ ਭੁੱਖ ਦੇ ਕਾਰਨ ਸੰਸਾਰ ਤੋਂ ਕੂਚ ਕਰਨਾ ਪਿਆ। ਜੋ ਮੰਗੇ ਨਾ ਢੁਕੈ ਦੁਆਰੇ, ਮੁੱਲ ਜੋ ਮੰਗੇ ਨਾ ਢੁਕੈ ਦੁਆਰੇ। ਸਿੱਖ ਜੇ ਵਸਤੂਆਂ ਮੁੱਲ ਮੰਗਦੇ ਹਨ ਤਾਂ ਮੁੱਲ ਦੇਣ ਵਾਸਤੇ ਕਿਸੇ ਵੀ ਇਲਾਕੇ ਵਿੱਚੋਂ, ਰਿਆਸਤ ਵਿੱਚੋਂ ਲੋਕ ਤਿਆਰ ਨਹੀਂ ਹਨ, ਤੇ ਨਾ ਹੀ ਕੋਈ ਜਿਵੇਂ ਮੰਗ ਕੇ ਖਾਣ ਲੱਗਦੇ ਹਨ ਸਿੱਖ, ਭਾਵ ਕਿ ਮੰਗਦੇ ਹਨ ਤਾਂ ਮੰਗ ਕੇ ਮੰਗਿਆ ਵੀ ਕੋਈ ਦੇ ਨਹੀਂ ਰਿਹਾ,
ਭਾਵ ਕਿ ਕਿਸੇ ਵੀ ਪ੍ਰਕਾਰ ਦੀ ਸਿੱਖਾਂ ਨੂੰ ਉੱਥੇ ਪ੍ਰਸ਼ਾਦੇ ਪਾਣੀ ਦੀ ਜਿਹੜੀ ਨਹੀਂ ਰਿਆਸਤ ਰਸਤ ਮਿਲ ਰਹੀ, ਜਿਸ ਕਰਕੇ ਬਹੁਤ ਜ਼ਿਆਦਾ ਦੁੱਖ ਸਿੱਖਾਂ ਨੂੰ ਭੁੱਖ ਦੇ ਕਾਰਨ ਸਹਾਰਨਾ ਪਿਆ। ਲੁੱਟੇ ਤੋ ਰਾਜੇ ਮਾਰੇ, ਜੋ ਲੁੱਟੇ ਤੋਂ ਰਾਜੇ ਮਾਰੇ, ਜੇ ਕਿਸੇ ਰਿਆਸਤ ਨੂੰ ਲੁੱਟਦੇ ਹਨ, ਜੇ ਕਿਸੇ ਰਿਆਸਤ ਉੱਤੇ ਹਮਲਾ ਕਰਦੇ ਹਨ ਤੇ ਲੁੱਟਣਾ ਵੀ ਬੜਾ ਔਖਾ ਹੈ, ਕਿਉਂਕਿ ਰਾਜਾ ਹੈ, ਰਾਜੇ ਦੀਆਂ ਫੌਜਾਂ ਹਨ, ਫਿਰ ਪ੍ਰਜਾ ਹੈ, ਬੜਾ ਔਖਾ ਕੰਮ ਹੈ। ਕਿਉਂਕਿ ਰਾਜਿਆਂ ਦੇ ਕੋਲ, ਫੌਜ ਦੇ ਕੋਲ ਪੂਰਾ ਪ੍ਰਬੰਧ ਹੈ ਲੜਨ ਦਾ, ਸਿੱਖਾਂ ਦੇ ਕੋਲ ਕੋਈ ਪ੍ਰਬੰਧ ਨਹੀਂ ਲੜਨ ਦਾ, ਨਾ ਹੀ ਚੰਗਾ ਹਥਿਆਰ ਕੋਈ ਹੈ, ਭੁੱਖ ਨੇ ਵੈਸੇ ਸਤਾਏ ਹੋਏ ਹਨ, ਜਿਹਦੇ ਕਰਕੇ ਲੁੱਟਣ ਵਾਸਤੇ ਵੀ ਸਰੀਰ 'ਚ ਪੂਰੀ ਤਾਕਤ ਚਾਹੀਦੀ ਹੈ। ਪਰ ਫਿਰ ਵੀ ਜੇ ਸਿੱਖ ਲੁੱਟਦੇ ਹਨ ਤੇ ਰਾਜਿਆਂ ਦੇ ਨਾਲ, ਫੌਜਾਂ ਦੇ ਨਾਲ ਲੜਨਾ ਪੈਂਦਾ ਹੈ। ਖਰੀਦਣ ਗਏ ਸੋ ਦੇਵੈ ਨਹੀਂ, ਖਰੀਦਣ ਗਏ ਸੋ ਦੇਵੇ ਨਹੀਂ, ਜੇ ਬਾਜ਼ਾਰੋਂ ਖਰੀਦਣ ਜਾਂਦੇ ਹਨ ਤਾਂ ਵੀ ਜਿਹੜਾ ਸਿੱਖਾਂ ਨੂੰ ਕੋਈ ਰਸਤ ਪਾਣੀ ਨਹੀਂ ਦਿੰਦਾ। ਖਾਲਸੇ ਕੋਈ ਹੈ ਖੁਆਰੀ ਭਈ, ਖਾਲਸੇ ਕੋਜੇ ਖੁਆਰੀ ਪਈ, ਜਿਹੜੇ ਸਿੱਖ ਪਹਾੜਾਂ ਨੂੰ ਗਏ ਸਨ, ਪਹਾੜੀ ਰਿਆਸਤਾਂ ਨੂੰ ਗਏ ਸਨ, ਉਹਨਾਂ ਨੂੰ ਇਸ ਤਰੀਕੇ ਨਾਲ ਉੱਥੇ ਖੁਆਰੀ ਚੱਲਣੀ ਪਈ। ਕੋ ਕਹੈ ਇਹ ਬੰਦੇ ਸੰਗ ਆਏ, ਕੋ ਕਹੇ ਇਹ ਬੰਦੇ ਸੰਗ ਆਏ, ਤੇ ਉੱਥੇ ਕਈ ਲੋਕ ਤਾਨੇ ਮਾਰਦੇ ਹਨ, ਗੱਲਾਂ ਕਰਦੇ ਹਨ ਕਿ ਇਹ ਉਹ ਲੋਕ ਹਨ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਸਨ, ਤੇ ਬਾਬੇ ਬੰਦੇ ਬਹਾਦਰ ਨੇ ਸਾਡੇ ਇਲਾਕਿਆਂ ਵਿੱਚ ਆ ਕੇ ਲੁੱਟ ਮਚਾਈ ਸੀ, ਸਾਨੂੰ ਲੁੱਟਿਆ ਸੀ, ਸਾਨੂੰ ਮਾਰਿਆ ਸੀ, ਸਾਨੂੰ ਜਿਹੜਾ ਜਲੀਲ ਕੀਤਾ ਸੀ। ਹੁਣ ਇਹਨਾਂ ਨੂੰ ਵੀ ਜਿਹੜਾ ਉਸੇ ਤਰੀਕੇ ਨਾਲ ਬਦਲਾ ਲਿਆ ਜਾਵੇ, ਇਹਨਾਂ ਨੂੰ ਵੀ ਮਾਰਿਆ ਕੁੱਟਿਆ ਜਾਵੇ, ਇਹਨਾਂ ਦੇ ਵੀ ਕਿਸੇ ਪ੍ਰਕਾਰ ਦੀ ਮਦਦ ਨਾ ਕੀਤੀ ਜਾਵੇ, ਕਿਉਂਕਿ ਇਹਨਾਂ ਲੋਕਾਂ ਨੇ ਜਿਵੇਂ ਸਾਡੇ ਨਾਲ ਕੀਤੀ ਹੈ ਉਵੇਂ ਆਪਾਂ ਇਹਨਾਂ ਦੇ ਨਾਲ ਕਰਾਂਗੇ। ਇਸ ਤਰੀਕੇ ਨਾਲ ਸਿੱਖਾਂ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਬਹੁਤ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਰਕੇ ਭੁੱਖ ਵੀ ਸਤਾ ਰਹੀ ਹੈ ਤੇ ਪਹਾੜੀ ਰਿਆਸਤਾਂ ਦੀ ਫੌਜ ਅਤੇ ਲੋਕ ਵੀ ਜਿਹੜਾ ਸਿੱਖਾਂ ਨੂੰ ਉੱਥੇ ਸਤਾ ਰਹੇ ਹਨ। ਪਰ ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਸਿੱਖ ਜਿਹੜੇ ਉੱਥੇ ਮਜਬੂਰ ਹਨ, ਦੁੱਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਮੁਸ਼ਕਲਾਂ ਦੇ ਵਿੱਚ ਸਿੱਖ ਘਿਰੇ ਹੋਏ ਹਨ। ਅਗਲੇਰੇ ਪ੍ਰਸੰਗ ਨੂੰ ਭਾਈ ਰਤਨ ਸਿੰਘ ਜੀ ਭੰਗੂ ਕਿਵੇਂ ਕਲਮਬੰਦ ਕਰਦੇ ਹਨ, ਉਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ 'ਚ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।